ਵੈਲਕਮ ਕਰਦੀ ਹਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ। ਔਰ ਅਸੀਂ ਖੁਦਾ ਦੇ ਬਚਨ ਵਿੱਚ ਜਾਣ ਤੋਂ ਪਹਿਲਾਂ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ। ਹਾਲੇਲੂਇਆ ਹਾਲੇਲੂਇਆ। ਧੰਨਵਾਦ ਮੇਰੇ ਪਿਤਾ ਪਰਮੇਸ਼ਰ, ਧੰਨਵਾਦ ਤੇਰਾ, ਸ਼ੁਕਰ ਤੇਰੀ ਮਹਿਮਾ ਤੇਰੀ ਵਡਿਆਈ ਕਰਦੀ ਅੱਜ ਦੇ ਦਿਨ ਲਈ ਖੁਦਾਵੰਦ ਪਿਤਾ ਪਰਮੇਸ਼ਰ। ਸਰ ਧੰਨਵਾਦ ਕਰਦੀ ਖੁਦਾਵੰਦ ਤੇਰੀ ਜਗ੍ਹਾ ਤੇ ਖੜਿਆ ਕੀਤਾ ਖੁਦਾਵੰਦ ਪਿਤਾ ਪਰਮੇਸ਼ਰ। ਜੋ ਵੀ ਵਚਨ ਦਿੱਤਾ ਖੁਦਾਵੰਦ ਤੇ ਬੱਚਿਆਂ ਦੇ ਦਿਲ ਦੀਆਂ ਪੱਟੀਆਂ ਤੇ ਲਿਖਿਆ ਜਾਵੇ ਖੁਦਾਵੰਦ ਪਿਤਾ ਪਰਮੇਸ਼ਰ ਜੀ। ਪਿਤਾ ਪਰਮੇਸ਼ਰ ਜੀ, ਔਰ ਮੇਰੀ ਮਦਦ ਸਹਾਇਤਾ ਕਰਨੀ ਖੁਦਾਵੰਦ ਪਿਤਾ ਪਰਮੇਸ਼ਰ, ਕਿਉਂਕਿ ਤੇਰੇ ਬਚਨ ਵਿੱਚ ਲਿਖਿਆ ਹੈ ਹੁਣ ਤੂੰ ਜਾ, ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਖੁਦਾਵੰਦ ਪਿਤਾ। ਔਰ ਜੋ ਤੂੰ ਬੋਲਣਾ ਹੈ ਮੈਂ ਤੈਨੂੰ ਸਿਖਾਵਾਂਗਾ ਪਿਤਾ ਪਰਮੇਸ਼ਰ ਦੀ ਸਹਾਇਤਾ ਔਰ ਮਦਦ ਕਰਨੀ ਖੁਦਾਵੰਦ ਪਿਤਾ ਪਰਮੇਸ਼ਰ। ਛੋਟੀ ਦੁਆ ਬੇਨਤੀ ਪ੍ਰਾਰਥਨਾ ਸੁਣ ਔਰ ਕਬੂਲ ਕਰੋ ਯਿਸੂ ਰਾਜਾ। ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਨਾਮ ਲੈ ਕੇ ਮੰਗ ਲੈਂਦੀ ਹਾਂ, ਆਮੇਨ। ਜੋ ਮੇਰਾ ਅੱਜ ਦਾ ਟੌਪਿਕ ਆ ਉਹ ਹੈਗਾ ਆ ਬਾਈਬਲ ਦੇ ਅਨੁਸਾਰ ਬੁੱਧ ਕੀ ਆ, ਸਮਝ ਕੀ ਆ। ਔਰ ਅਸੀਂ ਬਾਈਬਲ ਵਿੱਚ ਦੇਖਦੇ ਹਾਂ ਬਹੁਤ ਸਾਰੀਆਂ ਅਜਿਹੀਆਂ ਬੁੱਕਸ ਹਨ ਜਿਨ੍ਹਾਂ ਨੂੰ ਅਸੀਂ ਬੁੱਧ ਦੀਆਂ ਬੁੱਕਸ ਕਹਿੰਦੇ ਆ। ਔਰ ਅਜਿਹੀਆਂ 5 ਪੁਸਤਕਾਂ ਹਨ ਜਿਨ੍ਹਾਂ ਨੂੰ ਅਸੀਂ ਬੁੱਧ ਦੀਆਂ ਪੁਸਤਕਾਂ ਕਹਿੰਦੇ ਹਾਂ। ਅਯੂਬ ਦੀ ਪੱਤਰੀ ਤੋਂ ਲੈ ਕੇ ਸ਼੍ਰੇਸ਼ਟ ਗੀਤ ਤੱਕ ਇਹਨਾਂ ਨੂੰ ਅਸੀਂ ਬੁੱਧ ਦੀਆਂ ਪੁਸਤਕਾਂ ਕਹਿੰਦੇ ਹਾਂ। ਔਰ ਅਸੀਂ ਹੁਣ ਬਾਈਬਲ ਵਿੱਚੋਂ ਪੜ੍ਹਾਂਗੇ ਯਾਕੂਬ ਦੀ ਪੱਤਰੀ 1 ਅਧਿਆਇ ਦੀ 5 ਆਇਤ ਨੂੰ। ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ, ਉਹ ਪਰਮੇਸ਼ਰ ਕੋਲੋਂ ਮੰਗੇ, ਜਿਹੜਾ ਸਭਨਾਂ ਨੂੰ ਖੁੱਲ੍ਹੇ ਦਿਲ ਨਾਲ ਬਿਨਾਂ ਉਲਾਂਭੇ ਦਿੰਦਾ ਹੈ, ਤਾਂ ਉਸ ਨੂੰ ਦਿੱਤੀ ਜਾਵੇਗੀ, ਆਮੇਨ। ਔਰ ਅਸੀਂ ਜਦੋਂ ਅਸੀਂ ਵਿਸ਼ਵਾਸੀ ਦੇ ਜੀਵਨ ਨੂੰ ਦੇਖਦੇ ਹਾਂ ਕਿ ਉਹ ਪਰਮੇਸ਼ਰ ਕੋਲੋਂ ਹਮੇਸ਼ਾ ਸਾਡਾ ਚੰਗਾ ਲਾਈਫ ਸਟਾਈਲ, ਚੰਗੀ ਨੌਕਰੀ ਔਰ ਵਿਦੇਸ਼ ਦਾ ਵੀਜ਼ਾ ਇਹੀ ਮੰਗਣ 'ਚ ਬਿਜ਼ੀ ਰਹਿੰਦਾ। ਉਹ ਕਦੇ ਵੀ ਪਰਮੇਸ਼ਰ ਕੋਲ ਬੁੱਧ ਔਰ ਸਮਝ ਨੂੰ ਨਹੀਂ ਮੰਗਦਾ, ਕਦੇ ਪਰਮੇਸ਼ਰ ਅੱਗੇ ਉਹ ਦੁਹਾਈ ਨਹੀਂ ਦਿੰਦਾ। ਔਰ ਅਸੀਂ ਅੱਜ ਦੇਖਦੇ ਹਾਂ ਕਿ ਇੱਕ ਵਿਸ਼ਵਾਸੀ ਦੇ ਪ੍ਰੇਅਰ ਪੁਆਇੰਟ ਕੀ ਆ? ਚੰਗੀ ਨੌਕਰੀ ਮਿਲ ਜਾਵੇ ਔਰ ਮੇਰਾ ਵਿਆਹ ਚੰਗਾ ਹੋ ਜਾਵੇ, ਵਿਦੇਸ਼ ਦਾ ਵੀਜ਼ਾ ਲੱਗ ਜਾਵੇ, ਇਹੀ ਮੰਗਦਾ ਰਹਿੰਦਾ ਆ। ਪਰ ਕੀ ਆ, ਸਾਨੂੰ ਪਰਮੇਸ਼ਰ ਦੇ ਰਾਜ ਵਿੱਚ ਵਧਣ ਲਈ ਸਾਨੂੰ ਬੁੱਧ ਔਰ ਸਮਝ ਦਾ ਹੋਣਾ ਬਹੁਤ ਜ਼ਰੂਰੀ ਆ। ਔਰ ਜਦੋਂ ਦੇਖਦੇ ਜਦੋਂ ਆਮ ਤੌਰ 'ਤੇ ਅਗਰ ਬੁੱਧ ਦੀ ਗੱਲ ਚੱਲਦੀ ਤਾਂ ਸਭ ਤੋਂ ਪਹਿਲਾਂ ਸੁਲੇਮਾਨ ਰਾਜਾ ਨੂੰ ਯਾਦ ਕੀਤਾ ਜਾਂਦਾ ਆ, ਕਿਉਂਕਿ ਜਦੋਂ ਉਸਨੇ ਪਰਮੇਸ਼ਰ ਕੋਲੋਂ ਬੁੱਧ ਨੂੰ ਮੰਗਿਆ ਸੀ ਤਾਂ ਉਸਨੇ ਕਿਹਾ ਸੀ ਕਿ ਪਰਮੇਸ਼ਰ ਮੈਨੂੰ ਬੁੱਧ ਦੇ ਕੇ ਮੈਂ ਆਪਣੀ ਪ੍ਰਜਾ ਦਾ ਨਿਆਂ ਕਰ ਸਕਾਂ। ਔਰ ਇਸ ਬਾਰੇ ਅਸੀਂ ਰਾਜਿਆਂ ਦੀ ਪੁਸਤਕ ਵਿੱਚ ਪੜ੍ਹ ਸਕਦੇ ਹਾਂ। ਔਰ ਜਦੋਂ ਅਸੀਂ ਪਰਮੇਸ਼ਰ ਦੀ ਬੁੱਧ ਨੂੰ ਪ੍ਰਾਪਤ ਕਰਨ ਦਾ ਇੱਕ ਨਿਯਮ ਹੁੰਦਾ, ਇੱਕ ਪ੍ਰੋਸੈਸ ਹੁੰਦਾ ਆ। ਔਰ ਅਸੀਂ ਹੁਣ ਲੂਕਾ ਦੀ ਕਿਤਾਬ ਉਹਦੀ ਮੈਂ 1 ਅਧਿਆਇ ਦੀ 80 ਆਇਤ ਨੂੰ ਪੜ੍ਹਾਂਗੇ। ਅਤੇ ਉਹ ਬਾਲਕ ਵੱਧਦਾ ਅਤੇ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਜ਼ਰਾਈਲ ਉੱਤੇ ਆਪਣੇ ਪ੍ਰਗਟ ਹੋਣ ਦੇ ਦਿਨ ਤੀਕਰ ਉਜਾੜ ਵਿੱਚ ਰਿਹਾ, ਆਮੇਨ। ਇਸ ਆਇਤ ਵਿੱਚ ਦੇਖਦੇ ਹਾਂ ਬਹੁਤ ਜ਼ਿਆਦਾ ਗਹਿਰਾਈ ਆ। ਬਾਈਬਲ ਰੂਹਾਨੀ ਬੁੱਧ ਦੀ ਗੱਲ ਕਰਦੀ ਹੈ। ਜੇਕਰ ਸਾਡੇ ਅੰਦਰ ਰੂਹਾਨੀ ਬੁੱਧ ਆ ਜਾਵੇਗੀ ਤਾਂ ਜਿਹੜੇ ਦੁਨੀਆ ਦੀ ਜਿਹੜੀ ਗੱਲਾਂ ਆ, ਜੋ ਸਾਡੇ ਕੰਮ ਆ, ਉਸ ਵਿੱਚ ਅਸੀਂ ਆਟੋਮੈਟਿਕਲੀ ਬੁੱਧੀਮਾਨ ਦਿਖਾਈ ਦੇਵਾਂਗੇ। ਜੇਕਰ ਅਸੀਂ ਬੁੱਧੀਮਾਨ ਹੋਣਾ ਚਾਹੁੰਦੇ ਹਾਂ ਤਾਂ ਸਾਡਾ ਪਰਮੇਸ਼ਰ ਨਾਲ ਰਿਸ਼ਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਇਸ ਆਇਤ ਵਿੱਚ ਲਿਖਿਆ ਆ ਉਜਾੜ ਦਾ ਭਾਵ ਇਕਾਂਤ ਦਾ ਮਤਲਬ ਆ ਪਰਮੇਸ਼ਰ ਨਾਲ ਸਮਾਂ ਬਿਤਾਉਣਾ। ਔਰ ਅਸੀਂ ਬਾਈਬਲ ਵਿੱਚ ਆਮ ਤੌਰ 'ਤੇ ਪੜ੍ਹਦੇ ਹਾਂ ਕਿ ਯਿਸੂ ਮਸੀਹ ਸੀ ਜੋ ਉਹ ਇਕਾਂਤ ਵਿੱਚ ਗਏ, ਉਹਨਾਂ ਨੇ ਪ੍ਰਾਰਥਨਾ ਕੀਤੀ, ਉਹਨਾਂ ਦਾ ਰਿਸ਼ਤਾ ਸੀ ਪਰਮੇਸ਼ਰ ਨਾਲ। ਔਰ ਜਦੋਂ ਅਸੀਂ ਪਰਮੇਸ਼ਰ ਨਾਲ ਇੱਕ ਰਿਸ਼ਤੇ ਵਿੱਚ ਜਾਂਦੇ ਹਾਂ ਤਾਂ ਪਰਮੇਸ਼ਰ ਸਾਨੂੰ ਉਸ ਬੁੱਧ ਦੁਆਰਾ ਚਲਾਉਣਾ ਸ਼ੁਰੂ ਕਰ ਦਿੰਦੇ ਆ। ਔਰ ਹੁਣ ਮੈਂ ਜ਼ਬੂਰਾਂ ਦੀ ਪੋਥੀ 32 ਦੀ 8 ਆਇਤ ਨੂੰ ਪੜ੍ਹਾਂਗੀ। ਮੈਂ ਤੈਨੂੰ ਸਮਝ ਦਿਆਂਗਾ, ਜਿਸ ਰਾਹ 'ਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ 'ਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ। ਜੋ ਪਰਮੇਸ਼ਰ ਯਿਸੂ ਮਸੀਹ ਸੀ ਉਹ ਇੱਕ ਖਾਸ ਤਜਰਬੇ ਵਿੱਚ ਪਰਮੇਸ਼ਰ ਨਾਲ ਸੀ। ਜਦੋਂ ਅਸੀਂ ਪਰਮੇਸ਼ਰ ਨਾਲ ਇੱਕ ਖਾਸ ਤਜਰਬੇ ਵਿੱਚ ਜਾਂਦੇ ਹਾਂ, ਪਰਮੇਸ਼ਰ ਨਾਲ ਸਮਾਂ ਬਿਤਾਉਂਦੇ ਹਾਂ ਤਾਂ ਪਰਮੇਸ਼ਰ ਸਾਡੀ ਅਗਵਾਈ ਕਰਦਾ ਔਰ ਸਾਨੂੰ ਬੁੱਧ ਔਰ ਸਮਝ ਦਿੰਦਾ ਹੈ। ਕਿ ਅਸੀਂ ਕਈ ਵਾਰ ਦੇਖਦੇ ਹਾਂ ਜਦੋਂ ਸਾਡੀ ਲਾਈਫ ਵਿੱਚ ਦੇਖਦੇ ਕਿਸੇ ਮੁਸ਼ਕਲਾਂ ਉਲਝਣਾਂ ਵਿੱਚ ਫਸ ਜਾਂਦੇ ਹਾਂ ਤਾਂ ਕੀ ਹੁੰਦਾ ਆ, ਸਾਡਾ ਪਰਮੇਸ਼ਰ ਨਾਲ ਇੱਕ ਰਿਸ਼ਤਾ ਹੋਣਾ ਚਾਹੀਦਾ। ਫਿਰ ਪਰਮੇਸ਼ਰ ਸਾਡੀ ਮਦਦ ਔਰ ਸਹਾਇਤਾ ਕਰਦੇ ਕਿ ਇਸ ਮੁਸ਼ਕਲ ਵਿੱਚ ਅਸੀਂ ਕਿੱਦਾਂ ਨਿਕਲਣਾ ਆ। ਔਰ ਅਸੀਂ ਆਮ ਤੌਰ 'ਤੇ ਜਦੋਂ ਦੇਖਦੇ ਹਾਂ, ਜਦੋਂ ਯਿਸੂ ਮਸੀਹ ਨੇ ਪਹਿਲੀ ਵਾਰ ਹੈਕਲ ਵਿੱਚ ਪ੍ਰਚਾਰ ਕੀਤਾ ਸੀ ਤਾਂ ਉੱਥੇ ਦੇ ਲੋਕਾਂ ਨੇ ਕਿਹਾ ਸੀ ਇਹਨੂੰ ਇੰਨੀ ਬੁੱਧ ਔਰ ਗਿਆਨ ਕਿੱਥੋਂ ਆ ਗਈ ਬਿਨਾਂ ਵਿਦਿਆ ਪੜ੍ਹੇ। ਤਾਂ ਇਸ ਲਈ ਮੈਂ ਤੁਹਾਡੇ ਲਈ ਇੱਕ ਆਇਤ ਪੜ੍ਹਾਂਗੀ ਮੱਤੀ ਦੀ 13 ਦੀ 54 ਆਇਤ ਨੂੰ। ਔਰ ਆਪਣੇ ਦੇਸ਼ ਵਿੱਚ ਆਣ ਕੇ ਉਹਨਾਂ ਦੀ ਸਮਾਜ ਵਿੱਚ ਉਹਨਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਜੋ ਉਹ ਦੰਗ ਹੋ ਕੇ ਕਹਿਣ ਲੱਗੇ ਭਈ ਇਸ ਮਨੁੱਖ ਨੂੰ ਇਹ ਗਿਆਨ ਅਤੇ ਇਹ ਕਰਾਮਾਤਾਂ ਕਿੱਥੋਂ ਮਿਲੀਆਂ। ਹਾਲੇਲੂਇਆ।
ਦੇਖ ਸਕਦੇ ਹਾਂ ਯਿਸੂ ਮਸੀਹ ਨੂੰ ਪਹਿਲੀ ਵਾਰ ਹੈਕਲ ਵਿੱਚ ਪ੍ਰਚਾਰ ਕਰਦੇ ਸੀ, ਲੋਕਾਂ ਨੇ ਕੁਝ ਕਿਹਾ ਪਰਮੇਸ਼ਰ ਨੂੰ ਕਿ ਇਹਨੂੰ ਵਿਦਿਆ ਕਿੱਥੋਂ ਆ ਗਈ। ਔਰ ਜੋ ਯਿਸੂ ਮਸੀਹ ਦੇ ਇੱਕ ਖਾਸ ਤਜਰਬੇ ਵੀ ਸੀ, ਉਹਨਾਂ ਦਾ ਪਰਮੇਸ਼ਰ ਨਾਲ ਇੱਕ ਰਿਸ਼ਤਾ ਸੀ ਤੇ ਲੋਕੀ ਹੈਰਾਨ ਹੁੰਦੇ ਸੀ ਕਿ ਇਹਨੂੰ ਇੰਨੀ ਸਮਝ ਔਰ ਬੁੱਧ ਕਿੱਥੋਂ ਆ ਗਈ। ਉਹ ਪਰਮੇਸ਼ਰ ਦੇ ਗਿਆਨ ਤੋਂ ਬਹੁਤ ਜ਼ਿਆਦਾ ਹੈਰਾਨ ਹੁੰਦੇ ਸੀਗੇ। ਔਰ ਜਦੋਂ ਯਿਸੂ ਮਸੀਹ ਨੇ 40 ਦਿਨ 40 ਰਾਤਾਂ ਉਹ ਭੁੱਖੇ ਰਹੇ ਤਾਂ ਉਹਨਾਂ ਨੇ ਵਰਤ ਰੱਖਿਆ ਔਰ ਉਹ ਉਜਾੜ ਵਿੱਚ ਗਏ ਤਾਂ ਉੱਥੇ ਸ਼ੈਤਾਨ ਨੇ ਉਹਨਾਂ ਨੂੰ ਪਰਤਾਇਆ। ਉੱਥੇ ਸ਼ੈਤਾਨ ਨੇ ਕੀ ਕਿਹਾ, ਉੱਥੇ ਇਹਨਾਂ ਨੇ ਕਿਹਾ, ਸ਼ੈਤਾਨ ਨੇ ਪਰਮੇਸ਼ਰ ਨੂੰ ਕਿਹਾ, ਔਰ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਜੇ ਪੱਥਰ ਹੈ ਰੋਟੀਆਂ ਬਣ ਜਾਣ। ਤਾਂ ਉੱਥੇ ਯਿਸੂ ਮਸੀਹ ਨੇ ਕੀਤਾ ਬੜੀ ਸਮਝ ਤੇ ਬੁੱਧ ਨਾਲ ਸ਼ੈਤਾਨ ਨੂੰ ਆਨਸਰ ਦਿੱਤਾ। ਉਹਨੇ ਕਿਹਾ ਇਨਸਾਨ ਨਿਰੀ ਰੋਟੀ ਨਾਲ ਹੀ ਨਹੀਂ, ਪਰਮੇਸ਼ਰ ਦੇ ਮੂੰਹੋਂ ਨਿਕਲਣ ਵਾਲੇ ਹਰ ਇੱਕ ਉਸ ਵਚਨ ਨਾਲ ਜੀਵਤ ਰਹਿੰਦਾ ਹੈ। ਆਮੀਨ, ਹਾਲੇਲੂਇਆ। ਔਰ ਉੱਥੇ ਪਰਮੇਸ਼ਰ ਜੋ ਯਿਸੂ ਮਸੀਹ ਸੀ ਜੋ ਵਚਨ ਦੀ ਸਮਝ ਹੋਣ ਦੇ ਕਾਰਨ ਜੋ ਉੱਥੇ ਦੇ ਗ੍ਰੰਥੀ ਸੀ, ਧਰਮ ਗ੍ਰੰਥੀ ਜੋ ਫਰੀਸੀ ਸੀ, ਔਰ ਉਹਨਾਂ ਨੂੰ ਵਚਨ ਦੀ ਸਮਝ ਹੋਣ ਦੇ ਕਾਰਨ ਉਹਨਾਂ ਨੂੰ ਡਾਂਟਦਾ ਸੀ, ਕਿਉਂਕਿ ਉਸ ਸਮੇਂ ਦੇ ਜੋ ਧਾਰਮਿਕਤਾ ਜੋ ਉਸ ਸਮੇਂ ਦੇ ਜੋ ਫਰੀਸੀ ਸੀ, ਗ੍ਰੰਥੀ ਸੀ, ਉਹ ਲੋਕਾਂ ਨੂੰ ਗੁੰਮਰਾਹ ਕਰਦੇ ਝੂਠੀ ਧਾਰਮਿਕਤਾ ਦੇ ਕਾਰਨ। ਔਰ ਯਿਸੂ ਮਸੀਹ ਉਸ ਸਮੇਂ ਉਹਨਾਂ ਨੂੰ ਡਾਂਟਦਾ ਸੀਗਾ, ਕਿਉਂਕਿ ਯਿਸੂ ਮਸੀਹ ਉਸ ਸਮੇਂ ਉਹਨਾਂ ਦਾ ਪਰਮੇਸ਼ਰ ਨਾਲ ਰਿਸ਼ਤਾ ਸੀਗਾ। ਔਰ ਜਦੋਂ ਅਸੀਂ ਸੁਲੇਮਾਨ ਰਾਜਾ ਦੀ ਗੱਲ ਕਰਦੇ ਹਾਂ ਤਾਂ ਉਸਨੂੰ ਦੁਨੀਆ ਸਭ ਤੋਂ ਬੁੱਧੀਮਾਨ ਰਾਜਾ ਕਿਹਾ ਜਾਂਦਾ ਸੀ। ਸੁਲੇਮਾਨ ਰਾਜੇ ਨੂੰ ਬਹੁਤ ਜ਼ਿਆਦਾ ਬੁੱਧ ਸੀ, ਪਰ ਉਸਨੇ ਕੀ ਕੀਤਾ, ਉਸ ਬੁੱਧ ਨੂੰ ਸਾਂਭ ਕੇ ਨਹੀਂ ਰੱਖਿਆ। ਔਰ ਉਸਨੇ ਕੀ ਕੀਤਾ, ਉਸਨੇ ਗੈਰ ਜਾਤੀ ਦੀ ਤੀਵੀਆਂ ਨਾਲ ਵਿਆਹ ਕੀਤਾ ਔਰ ਉਹਨੇ ਉਹਨਾਂ ਤੀਵੀਆਂ ਲਈ ਮੰਦਿਰ ਬਣਾਏ, ਉਹਨਾਂ ਨਾਲ ਮਿਲ ਕੇ ਉੱਥੇ ਦੇ ਦੇਵਤਿਆਂ ਦੀ ਪੂਜਾ ਕੀਤੀ। ਔਰ ਇਸ ਕਰਕੇ ਕੀ ਹੋਇਆ, ਪਰਮੇਸ਼ਰ ਉਸ ਤੋਂ ਗੁੱਸੇ ਹੋਇਆ। ਔਰ ਅਸੀਂ ਹੁਣ ਕਹਾਵਤਾਂ ਦੀ ਕਿਤਾਬ 1:7 ਨੂੰ ਪੜਾਂਗੇ। ਯਹੋਵਾ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ। ਔਰ ਜੋ ਪਰਮੇਸ਼ਰ ਦਾ ਡਰ ਵਾ ਉਹ ਕੀ ਆ, ਡਰ ਦੀ ਸ਼ੁਰੂਆਤ ਵਾ। ਜਦੋਂ ਅਸੀਂ ਪਰਮੇਸ਼ਰ ਨਾਲ ਇੱਕ ਰਿਸ਼ਤੇ ਵਿੱਚ ਹੁੰਦੇ ਆ ਤਾਂ ਪਰਮੇਸ਼ਰ ਕੀ ਕਰਦਾ, ਸਾਡੇ ਉੱਤੇ ਗੂੜੇ ਭੇਦਾਂ ਨੂੰ ਪ੍ਰਗਟ ਕਰਦਾ ਆ। ਇਸ ਕਰਕੇ ਸਾਡਾ ਪਰਮੇਸ਼ਰ ਨਾਲ ਇੱਕ ਰਿਸ਼ਤੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਜਦੋਂ ਅਸੀਂ ਜ਼ਬੂਰਾਂ ਦੀ ਪੋਥੀ 25 ਦੀ ਮੈਂ 14 ਨੂੰ ਪੜਾਂਗੀ, ਇੱਥੇ ਪਰਮੇਸ਼ਰ ਕੀ ਕਹਿ ਰਿਹਾ ਆ, ਯਹੋਵਾ ਦਾ ਭੈ ਉਸਦੇ ਭੈ ਮੰਨਣ ਵਾਲਿਆਂ ਦੇ ਲਈ ਹੈ ਅਤੇ ਉਹ ਆਪਣਾ ਨੇਮ ਉਹਨਾਂ ਨੂੰ ਦੱਸੇਗਾ। ਆਮੀਨ। ਔਰ ਇਸ ਕਰਕੇ ਜੋ ਡਰ ਆ ਪਰਮੇਸ਼ਰ ਦਾ, ਉਹ ਬੁੱਧੀ ਦੀ ਸ਼ੁਰੂਆਤ ਆ। ਅਸੀਂ ਕੀ ਦੇਖਦੇ ਹਾਂ, ਜੋ ਸਮਝ ਤੇ ਬੁੱਧ ਦਾ ਕੀ ਅਰਥ ਆ। ਜੋ ਸਮਝ ਆ ਇਹ ਨਹੀਂ ਹੈ ਕਿ ਜੋ ਸਾਨੂੰ ਸੰਸਾਰ ਦਾ ਬਹੁਤ ਜ਼ਿਆਦਾ ਗਿਆਨ ਹੋਵੇਗਾ। ਜੋ ਪਰਮੇਸ਼ਰ ਜੋ ਸੰਸਾਰ ਦਾ ਗਿਆਨ ਆ, ਪਰਮੇਸ਼ਰ ਉਹਨੂੰ ਕੂੜਾ ਸਮਝਦਾ ਆ। ਬੁੱਧ ਦਾ ਕੀ ਅਰਥ ਆ, ਅਸੀਂ ਡਰ ਵਿੱਚ ਰਹਿ ਕੇ ਔਰ ਪਰਮੇਸ਼ਰ ਦੀ ਜੋ ਮਰਜ਼ੀ ਆ ਉਹਨੂੰ ਪੂਰਾ ਕਰਕੇ ਜੋ ਉਸ ਨੂੰ ਪੂਰਾ ਕਰੀਏ, ਇਹੀ ਜੋ ਪਰਮੇਸ਼ਰ ਦੀ ਮਰਜ਼ੀ ਉਸ ਨੂੰ ਪੂਰਾ ਕਰੀਏ ਔਰ ਪਰਮੇਸ਼ਰ ਨਾਲ ਰਿਸ਼ਤੇ ਵਿੱਚ ਬਣੇ ਰਹੀਏ, ਬੁੱਧ ਦਾ ਅਰਥ। ਔਰ ਜੋ ਪਰਮੇਸ਼ਰ ਦਾ ਭੈ ਆ ਔਰ ਜਦੋਂ ਅਸੀਂ ਪਰਮੇਸ਼ਰ ਨਾਲ ਇੱਕ ਰਿਸ਼ਤੇ ਵਿੱਚ ਹੁੰਦੇ ਆ, ਪਰਮੇਸ਼ਰ ਨਾਲ ਇਕਾਂਤ ਵਿੱਚ ਜਾਂਦੇ ਆ ਤਾਂ ਪਰਮੇਸ਼ਰ ਸਾਡੇ ਉੱਤੇ ਗੂੜੇ ਭੇਦਾਂ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦਿੰਦਾ। ਇਸ ਤਰ੍ਹਾਂ ਪਰਮੇਸ਼ਰ ਫਿਰ ਸਾਡੀ ਅਗਵਾਈ ਕਰਦਾ, ਸਾਡੀ ਮਦਦ ਸਹਾਇਤਾ ਕਰਦਾ ਆ। ਔਰ ਫਿਰ ਕੀ ਹੁੰਦਾ ਆ, ਇਸ ਤਰ੍ਹਾਂ ਜਦੋਂ ਅਸੀਂ ਔਰ ਪਰਮੇਸ਼ਰ ਦੀ ਸਿੱਧ ਮਰਜ਼ੀ ਨੂੰ ਪੂਰਾ ਕਰੀਏ, ਫਿਰ ਕੀ ਹੁੰਦਾ ਹੈ, ਜਦੋਂ ਜੋ ਪਰਮੇਸ਼ਰ ਨੇ ਸਾਡੇ ਲਈ ਜੋ ਮੁਕਟ ਰੱਖਿਆ ਆ, ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਕੇ ਅਸੀਂ ਉਹਨੂੰ ਪ੍ਰਾਪਤ ਕਰ ਸਕੀਏ। ਔਰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਵੇਗੀ ਔਰ ਪਰਮੇਸ਼ਰ ਤੁਹਾਨੂੰ ਸਭ ਨੂੰ ਇਸ ਵਚਨ ਦੇ ਦੁਆਰਾ ਬਰਕਤ ਆਸ਼ੀਸ਼ ਦੇਵੇ। ਥੈਂਕ ਯੂ, ਗੋਡ ਬਲੈਸ ਯੂ।